अस्सलाम वालेकुम जी। मैं ਤੁਹਾਡਾ ਭਰਾ ਚੌਧਰੀ ਮੁਬਸ਼ਰ ਹੁਸੈਨ 91 ਨਿਊਜ਼ ਤੋਂ ਜਨਾਬ ਕ੍ਰਾਈਮ ਰਿਪੋਰਟਰ ਪਾਕਿਸਤਾਨ। ਅੱਜ ਬੜੇ ਅਫਸੋਸ ਨਾਲ ਜੀ ਇਹ ਪ੍ਰੋਗਰਾਮ ਕਰਨ ਡਿਆ ਵਾਂ, ਤੁਹਾਨੂੰ ਜਿਹੜਾ ਦਿਖਾਉਣ ਡਿਆ ਵਾਂ ਕਿ ਕੀ ਸੂਰਤ ਹਾਲ ਜ਼ਿਮੀਂਦਾਰਾਂ ਦੀ ਬਣੀ ਜਾਣ ਡਈ ਆ। ਬਿਜਲੀ ਦਾ ਰੇਟ ਜਿਹੜਾ ਉਹ ਤੁਹਾਨੂੰ ਪਤਾ ਜੀ ਦਿਨ ਬ ਦਿਨ ਵਧੀ ਜਾਂਦਾ ਤੇ ਬਿੱਲ ਜਿਹੜੇ ਤਾਰਨੇ ਜ਼ਿਮੀਂਦਾਰਾਂ ਕੋ ਬੜੇ ਔਖੇ ਹੋਏ ਨੇ। ਅਗਰ ਹੁਣ ਫਸਲ ਦੀ ਗੱਲ ਕਰੀਏ ਤੇ ਕਣਕ ਦਾ ਹਿਸਾਬ ਕਿਤਾਬ ਵੀ ਤੁਹਾਨੂੰ ਪਤਾ ਹੈ ਕਿ ਕਣਕ ਦਾ ਕੀ ਰੇਟ ਚੱਲਣ ਡਿਆ ਤੇ ਕਣਕ ਕਿੱਦਾਂ ਲੋਕਾਂ ਨੇ ਸਟਾਕ ਕਰਕੇ ਰੱਖੀ, ਉਹ ਵਿਕੀ ਹੀ ਨਹੀਂ। ਜੇ ਕਿਤੇ ਵਿਕੀ ਏ ਤੇ ਉਹ 2200 ਤੋਂ ਵੱਧ ਕਿਤੇ ਵਿਕੀ ਹੀ ਨਹੀਂ। ਕਣਕ ਵੀ ਸਟਾਕ ਪਈ ਤੇ ਅੱਗੋਂ ਬਿੱਲਾਂ ਨੇ ਵੀ ਤਬਾਹੀ ਲਾਤੀ। ਤੇ ਹੁਣ ਮੌਜੂਦਾ ਸੂਰਤ ਹਾਲ ਜਿਹੜੀ ਹਾਈਬ੍ਰਿਡ ਧਾਈ ਲਾਏ ਜ਼ਿਮੀਂਦਾਰਾਂ ਨੇ, ਉਹ ਤੁਹਾਨੂੰ ਵਿਖਾਉਂਦੇ ਚਲੀਏ ਕਿ ਪਹਿਲੇ ਚਾਈਨਾ ਦੀ ਤਰਫੋਂ ਬੀ ਆਇਆ ਸੀ ਤੇ ਬੜੀ ਅੱਛੀ ਐਵਰੇਜ ਆਈ ਸੀ ਤੇ ਰੇਟ ਵੀ ਚੰਗਾ ਲੱਗਿਆ ਸੀਗਾ। ਉਹ ਤਕਰੀਬਨ ਕੋਈ 4-4 ਲੱਖ ਦਾ ਕਿੱਲਾ ਹੋਇਆ, ਕੋਈ 2-2 ਲੱਖ ਖਰਚਾ ਸੀ, ਕੋਈ 2-2 ਲੱਖ ਬਚ ਗਿਆ। ਜ਼ਿਮੀਂਦਾਰ ਬੜੇ ਖੁਸ਼ਹਾਲ ਹੋ ਗਿਆ। ਤੇ ਇਸ ਵਾਰੀ ਕੋਈ 2-2 2.5 ਲੱਖ ਖਰਚਾ ਹੋਇਆ ਤੇ ਧਾਈ ਜਿਹੜੇ ਆ ਉਹ ਬਿਲਕੁਲ ਹੀ ਆ, ਤੁਸੀਂ ਵੇਖਦੇ ਹੋਵੋਗੇ ਕਿ ਚਾਵਲਾਂ ਦੀ ਜਿਹੜੀਆਂ ਮੂੰਜਰਾਂ ਜੀਆਂ ਬਿਲਕੁਲ ਖਾਲੀ ਆ। ਤੇ ਐਵਰੇਜ ਜਿਹੜੀ ਕਿੱਲੇ ਦੀ ਆਉਣ ਡਈ ਆ 20 ਤੋਂ 25 ਮਣ। ਤੇ ਪਹਿਲੇ ਆਈ ਸੀਗੀ ਜਦੋਂ ਚਾਈਨਾ ਦਾ ਬੀ ਲਾਇਆ ਸੀਗਾ, ਉਦੋਂ ਆਈ ਸੀਗੀ ਤਕਰੀਬਨ 100 ਮਣ ਐਵਰੇਜ ਆਈ ਸੀ, 100 ਤੋਂ ਕ੍ਰਾਸ ਵੀ ਕਰ ਗਈ ਸੀ। ਤੇ ਹੁਣ 20 ਤੋਂ 25 ਮਣ ਐਵਰੇਜ ਆਉਣ ਡਈ ਆ। ਹੁਣ ਜਿਹੜਾ ਮੌਜੂਦਾ ਰੇਟ ਹੈ ਜੀ ਉਹ 2000 1700 1800 1600 ਆ ਰੇਟ ਚੱਲਣ ਡਿਆ ਜੀ। ਤੇ ਦੱਸੋ ਹੁਣ ਜ਼ਿਮੀਂਦਾਰ ਕਿਸ ਤਰ੍ਹਾਂ ਖਰਚੇ ਪੂਰੇ ਕਰੇ। 2.5 ਲੱਖ ਰੁਪਇਆ ਕਿੱਲੇ ਦਾ ਠੇਕਾ ਜੀ। ਤੇ ਬਿਜਲੀ ਦਾ ਬਿੱਲ ਜਿੱਥੇ ਲੱਖ ਰੁਪਏ ਆਉਂਦਾ ਸੀ ਉੱਥੇ ਹੁਣ ਆਉਂਦਾ 3 ਲੱਖ ਰੁਪਏ। ਤੇ ਜ਼ਿਮੀਂਦਾਰ ਤਾਂ ਮਰ ਗਿਆ ਵਿਚਾਰਾ। ਤੇ ਹਕੂਮਤ ਪੰਜਾਬ ਨੂੰ ਚਾਹੀਦਾ, ਵਜ਼ੀਰ ਆਜ਼ਮ ਨੂੰ ਵੀ ਚਾਹੀਦਾ ਕਿ ਕੋਈ ਦਾਦ ਰਸੀ ਕੀਤੀ ਜਾਵੇ ਇਹਨਾਂ ਗਰੀਬਾਂ ਵਾਸਤੇ, ਜ਼ਿਮੀਂਦਾਰਾਂ ਵਾਸਤੇ। ਕਿ ਗੰਦਮ ਦੀ ਫਸਲ ਵੀ ਤਬਾਹ ਹੋ ਗਈ, ਮਕਈ ਦਾ ਵੀ ਕੋਈ ਰੇਟ ਨਹੀਂ ਤੇ ਬਿੱਲ ਜਿਹੜੇ ਆ ਉਹ ਵਿਚਾਰੇ ਕਿਸ਼ਤਾਂ ਕਰਕੇ ਪਿਉਣ ਡਏ ਆ। ਵੀ ਜਿੰਦਾ 3 ਲੱਖ ਰੁਪਇਆ ਬਿੱਲ ਆ ਉਹ ਲੱਖ ਰੁਪਇਆ ਪਿਉਣ ਡਿਆ ਵਾ ਤੇ 2 ਲੱਖ ਉਹਦੇ ਤੇ ਕਰਜ਼ਾ। ਤੇ ਧਾਈਆਂ ਦੀ ਫਸਲ ਜਿਹੜੀ 3-3 ਲੱਖ ਰੁਪਇਆ ਖਰਚਾ ਕਰਕੇ ਤੇ ਸਾਰੀ ਉਹ ਹੋਣ ਡਈ 50,000 ਦੀ 60,000 ਦੀ। ਉਹ ਕੋਈ ਖੁਦਾ ਦਾ ਖੋਫ ਖਾਇਆ ਜਾਵੇ। ਤੇ ਜਦੋਂ ਚਾਈਨਾ ਦਾ ਬੀ ਸੀਗਾ ਰੇਟ ਵੀ ਚੰਗਾ ਸੀ ਤੇ ਐਵਰੇਜ ਵੀ ਚੰਗੀ ਸੀ। ਤੇ ਇਸ ਵਾਰੀ ਪਾਕਿਸਤਾਨੀਆਂ ਨੇ ਪੈਸਟੀਸਾਈਡ ਵਾਲਿਆਂ ਨੇ ਪੰਗਾ ਪਾਇਆ ਕਿ ਅਸੀਂ ਬੀ ਆਪ ਹੀ ਯਾਦ ਕਰਾਂਗੇ। ਤੇ ਇਹ ਚੰਗਾ ਹੀ ਯਾਦ ਕੀਤਾ ਜੀ, ਜ਼ਿਮੀਂਦਾਰ ਦਾ ਬੇੜਾ ਹੀ ਗਰਕ ਕਰ ਦਿੱਤਾ। ਫਲ ਹੀ ਨਹੀਂ ਲੱਗਿਆ, ਚਾਵਲ ਹੀ ਨਹੀਂ ਲੱਗਿਆ ਮੂੰਜਰ ਨੂੰ। ਆ ਤੁਹਾਡੇ ਸਾਹਮਣੇ ਆ ਤੇ ਸਾਰੀ ਖਾਲੀ ਆ। ਤੇ ਜ਼ਿਮੀਂਦਾਰ ਦੀ ਐਵਰੇਜ ਆਉਣ ਡਈ ਆ 20-25 ਮਣ ਕਿੱਲੇ ਦੀ। ਤੇ ਉਹ ਵੀ ਕਿਸੇ ਕਿਸੇ ਦੀ, ਤੇ ਕਿਸੇ ਕਿਸੇ ਤਾਂ ਬਿਲਕੁਲ ਹੀ ਧਾਈ ਤਬਾਹ ਹੋ ਗਿਆ। ਉਹਨਾਂ ਨੇ ਵੱਢ ਕੇ ਲੋਕਾਂ ਨੂੰ ਵਢਾ ਕੇ ਗਰੀਬ ਗੁਰਬਾਂ ਨੂੰ ਮਾਲ ਨੂੰ ਪਵਾਏ ਤੇ ਚਲੋ ਮਾਲ ਤਾਂ ਰੱਜੇ। ਤੇ ਬਾਕੀ ਰਹਿ ਗਈ ਗੱਲ ਜਿਹੜੇ ਪੈਸਟੀਸਾਈਡ ਵਾਲੇ ਜਿਨ੍ਹਾਂ ਕੋਲ ਦਵਾਈਆਂ ਲੈ ਲੂ ਕੇ ਪਾਈਆਂ ਵਾ, ਉਹ ਜਾਂ ਧਾਈ ਵੱਢ ਹੁੰਦੇ ਤੇ ਅਗਲੇ ਬੂਹੇ ਤੇ ਆ ਕੇ ਬੈਠੇ ਹੁੰਦੇ, ਭਾਈ ਇਹ ਸਾਡਾ ਤਾਂ ਕਿੱਲੇ ਦਾ ਤੂੰ 50,000 ਦਾ ਲੈ ਕੇ ਸਪਰੇਅ ਖਾਦ ਪਾਣੀ ਕੀਤਾ ਵਾ, ਉਹ ਸਾਡੇ ਤਾਂ ਸਾਨੂੰ ਫੜਾ। ਉਹ ਜਿਹੜੇ ਵਿਕਦੇ ਆ ਕੋਈ 50-60,000 ਦੇ, ਉਹ ਪੈਸਟੀਸਾਈਡ ਵਾਲੇ ਲੈ ਜਾਂਦੇ ਤੇ ਜ਼ਿਮੀਂਦਾਰ ਨੂੰ ਇਹੀ ਬਚਦਾ, ਵਿੱਚੋਂ ਦਰਾਹਟ ਹੀ ਬਚਦੀ ਆ, ਹੋਰ ਕੁਝ ਨਹੀਂ ਬਚਦਾ। ਉਹ ਫਿਰ ਵੀ ਮੈਂ ਕਹਿੰਦਾ ਕਿ ਵਜ਼ੀਰ ਆਲਾ ਅੱਗੇ, ਵਜ਼ੀਰ ਆਜ਼ਮ ਅੱਗੇ, ਸਾਰੇ ਜਿਹੜੇ ਜਿੰਨੇ ਵੀ ਹੁਕਮਰਾਨ ਆ, ਮੈਂ ਸਾਰਿਆਂ ਅੱਗੇ ਅਪੀਲ ਕਰਦਾ ਹੈਗਾ ਵੀ ਕੋਈ ਗਰੀਬਾਂ ਦੀ, ਜ਼ਿਮੀਂਦਾਰਾਂ ਦੀ ਕੋਈ ਦਾਦ ਰਸੀ ਕੀਤੀ ਜਾਵੇ। ਮਹਿੰਗਾਈ ਦਿਨ ਬ ਦਿਨ ਵਧੀ ਜਾ ਰਹੀ ਆ, ਦਵਾਈਆਂ ਦੇ ਰੇਟ ਵਧੀ ਜਾ ਰਿਹਾ, ਖਾਦਾਂ ਦੇ ਰੇਟ ਵਧੀ ਜਾ ਰਿਹਾ, ਪਰ ਜ਼ਿਮੀਂਦਾਰ ਦੇ ਪੱਲੇ ਕੱਖ ਨਹੀਂ ਪਾਉਣ ਡਿਆ। ਤੇ ਮੈਂ ਤਹਿਸੀਲ ਦੀਪਾਲਪੁਰ 'ਚ ਇਸ ਟਾਈਮ ਹੈਗਾ ਤੇ ਤਹਿਸੀਲ ਦੀਪਾਲਪੁਰ ਦਾ ਤੁਹਾਨੂੰ ਪਤਾ ਹੈ ਕਿ ਦਿਹਾਤ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਤਹਿਸੀਲ, ਆਬਾਦੀ ਦੇ ਲਿਹਾਜ਼ ਨਾਲ ਵੀ ਵੱਡੀ ਆ। ਔਰ ਜ਼ਿਮੀਂਦਾਰਾਂ ਵੀ ਪੂਰੇ ਪਾਕਿਸਤਾਨ ਨਾਲੋਂ ਜੀ ਸਭ ਤੋਂ ਜ਼ਿਆਦਾ ਇਹ ਤਹਿਸੀਲ ਦੀਪਾਲਪੁਰ 'ਚ ਹੁੰਦਾ ਵਾ। ਤੇ ਮੈਂ ਵੇਖਣ ਡਿਆ ਤਹਿਸੀਲ ਦੀਪਾਲਪੁਰ ਦੇ ਜਿੰਨੇ ਵੀ ਕਿਸਾਨ ਆ ਉਹ ਵਿਚਾਰੇ ਕਰਜ਼ਾ ਚੁੱਕ ਕੇ ਤੇ ਆਪਣੇ ਸਰਕਟ ਚਲਾਉਣ ਡਏ ਆ। ਤੇ ਡੀਜ਼ਲ ਦੀ ਗੱਲ ਕਰੀਏ, ਡੀਜ਼ਲ ਵੀ ਅਸਮਾਨਾਂ ਨਾਲ ਗੱਲ ਕਰਨ ਡਿਆ, ਖਾਦਾਂ ਵੀ ਅਸਮਾਨਾਂ ਨਾਲ ਗੱਲ ਕਰਨ ਡਈਆਂ। ਪੈਸਟੀਸਾਈਡ ਵਾਲੇ ਜਿਹੜੀ 300 ਦੀ ਸਪਰੇਅ ਸੀ ਉਹ 3000 ਦੀ ਕਰਕੇ ਬੈਠੇ ਆ। ਤੇ ਤਬਾਹੀ ਲੱਥੀ ਜਾਣ ਡਈ ਆ। ਜੇ ਜ਼ਿਮੀਂਦਾਰ ਖੁਸ਼ਹਾਲ ਨਾ ਹੋਊ ਤਾਂ ਪਾਕਿਸਤਾਨ ਤਾਂ ਤੁਹਾਡੇ ਸਾਹਮਣੇ ਫਿਰ ਡੁੱਬਦਾ ਹੀ ਪਿਆ, ਡੁੱਬੀ ਜਾਊ। ਤੇ ਕੁਛ ਜ਼ਿਮੀਂਦਾਰ ਤਾਂ ਵਿਚਾਰੇ ਦਰਿਆ ਵਾਲੀ ਸਾਈਡ ਤੇ ਜਿਹੜੇ ਬੈਠੇ ਆ, ਉਹ ਦਰਿਆ ਆਇਆ ਵਾ, ਦਰਿਆ ਸਾਰਾ ਕੁਝ ਰੋੜ ਕੇ ਲੈ ਗਿਆ, ਫਸਲਾਂ ਵੀ ਰੋੜ ਕੇ ਲੈ ਗਿਆ। ਤੇ ਜਿਹੜੇ ਕੋਈ ਬਚੇ ਆ ਉਹਨਾਂ ਦੀਆਂ ਫਸਲਾਂ ਵੈਸੇ ਨਹੀਂ ਹੋਈਆਂ। ਜੇ ਕਿਸੇ ਗਰੀਬ ਦੀ ਕੋਈ ਮਾੜੀ ਮੋਟੀ ਹੋਈ ਆ ਤੇ ਰੇਟ ਹੀ ਹੈ ਨਹੀਂ, ਤੇ ਰੇਟ ਬਿਲਕੁਲ ਹੀ ਹੈ ਨਹੀਂ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ 14 ਤੇ 15,000 ਰੁਪਏ ਤਾਂ ਕਿੱਲੇ ਵਾਲਾ ਲੈਂਦਾ, ਜਿਹੜਾ ਉਹ ਧਾਈ ਵੱਢਦਾ ਮਸ਼ੀਨ ਵਾਲਾ, ਕਬੂਟਾ ਮਸ਼ੀਨ ਜਿਹਨੂੰ ਕਹਿੰਦੇ ਆ, ਜਿਹਦੇ ਨਾਲ ਧਾਈ ਵੱਢ ਹੁੰਦੇ ਆ, ਉਹ 14-15,000 ਤਾਂ ਉਹ ਲੈ ਜਾਂਦਾ ਵਾ। ਉਹ 60,000 ਦਾ ਕਿੱਲਾ ਹੁੰਦਾ ਤੇ ਮਗਰ ਪੈਸਟੀਸਾਈਡ ਵਾਲਾ ਵੀ ਹੁੰਦਾ ਤੇ ਬਿਜਲੀ ਦਾ ਬਿੱਲ ਵਾਲੇ ਵੀ ਹੁੰਦੇ ਆ ਤੇ ਦਵਾਈਆਂ ਵਾਲੇ ਸਾਰੇ ਤੁਹਾਡੇ ਸਾਹਮਣੇ ਹੀ ਆ, ਖਾਦਾਂ ਵਾਲੇ ਵੀ ਮਗਰ ਹੁੰਦੇ ਆ ਤੇ ਡੀਜ਼ਲ ਵੀ ਜਿਹੜਾ ਵਾਹੀ ਤੇ ਖਪਦਾ ਖੁਪਦਾ ਉਹ ਵੀ ਤੁਹਾਡੇ ਸਾਹਮਣੇ ਆ। ਤੇ ਮੈਂ ਫਿਰ ਵੀ ਵਜ਼ੀਰ ਆਜ਼ਮ ਨੂੰ, ਮਰੀਮ ਨਵਾਜ਼ ਵਜ਼ੀਰ ਆਲਾ ਨੂੰ ਰਿਕੁਐਸਟ ਕਰਦਾ ਹੈਗਾ ਕਿ ਜਿਹੜਾ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ ਤੇ ਕੁਛ ਨਾ ਕੁਛ ਤਾਂ ਦਾਦ ਰਸੀ ਕੀਤੀ ਜਾਵੇ। ਮੇਰੇ ਨਾਲ ਹੀ ਬੈਠੇ ਜਿਨ੍ਹਾਂ ਦੇ ਧਾਈ ਵੱਢ ਹੋਏ ਆ ਤੇ ਮੈਂ ਇਹਨਾਂ ਕੋਲ ਹੀ ਭਾਵੇਂ ਪੁੱਛ ਲਓ, ਸਾਰਾ ਕੁਝ ਕਹਿੰਦੇ ਵੀ ਵੱਢ ਵਢਾ ਕਰਕੇ ਅਸੀਂ ਇਹ ਹਿਸਾਬ ਲਾਇਆ ਤੇ ਉਹ 20 ਮਣ ਕਿੱਲੇ ਦੀ ਐਵਰੇਜ ਆਉਣ ਡਈ ਹੈ। ਤੇ 20 ਮਣ ਕੋਈ ਐਵਰੇਜ ਤਾਂ ਨਹੀਂ ਗੀ। ਫਿਰ ਅੱਗੋਂ ਦੇਖ ਲਓ 20 ਮਣ ਐਵਰੇਜ ਆ ਤੇ ਉਹ 1800-1700 ਨੂੰ ਵਿਕਣ ਡਏ ਆ, 1700-1800 ਨੂੰ। ਤੇ ਅੱਗੇ ਉਹ ਦੇਖ ਲਓ ਕਿੰਨੇ ਕੁ ਪੈਸੇ ਹੁੰਦੇ ਆ। ਤੇ ਫਿਰ ਵੀ ਆਖਰੀ ਫਿਰ ਵੀ ਮੈਂ ਰਿਕੁਐਸਟ ਕਰਦਾ ਕਿ ਕੋਈ ਦਾਦ ਰਸੀ ਕੀਤੀ ਜਾਵੇ, ਕੋਈ ਫਸਲਾਂ ਦੇ ਰੇਟ ਦਿੱਤੇ ਜਾਣ। ਜਦੋਂ ਜਿੰਨੀ ਦੇਰ ਜ਼ਿਮੀਂਦਾਰ ਤਬਕਾ ਖੁਸ਼ਹਾਲ ਨਾ ਹੋਊਗਾ
ਤੇ ਪਾਕਿਸਤਾਨ ਦਾ ਕਦੀ ਵੀ ਖੁਸ਼ਹਾਲ ਨਹੀਂ ਹੋ ਸਕਦਾ। ਤੇ ਜ਼ਿਮੀਂਦਾਰ ਨੂੰ ਖੁਸ਼ਹਾਲ ਕੀਤਾ ਜਾਏਗਾ ਤੇ ਮਜ਼ਦੂਰ ਨੂੰ ਟਾਈਮ ਨਾਲ ਮਜ਼ਦੂਰੀ ਮਿਲੇਗੀ ਤੇ ਮਜ਼ਦੂਰ ਵੀ ਖੁਸ਼ਹਾਲ, ਜ਼ਿਮੀਂਦਾਰ ਵੀ ਖੁਸ਼ਹਾਲ। ਤੇ ਬਿਜਲੀ ਦੇ ਰੇਟ ਵੀ ਘਟਾਏ ਜਾਣ, ਖਾਦਾਂ ਦੇ ਰੇਟ ਵੀ ਘਟਾਏ ਜਾਣ, ਹਰ ਇੱਕ ਚੀਜ਼ ਦਾ ਜਿਹੜਾ ਰੇਟ ਆ ਉਹ ਘਟਾਇਆ ਜਾਵੇ ਕਿ ਜ਼ਿਮੀਂਦਾਰ ਆਸਾਨੀ ਨਾਲ ਆਪਣੀ ਫਸਲ ਕੱਢ ਸਕੇ। ਹਰ ਰੇਟ ਤਾਂ ਵਧਾਇਆ ਜਾਣ ਡਿਆ, ਠੇਕਾ ਜਿਹੜਾ 2.5 ਲੱਖ ਰੁਪਏ ਹੋ ਗਿਆ ਵਾ, ਡੀਜ਼ਲ ਜਿਹੜਾ ਉਹ 300 ਰੁਪਏ ਲੀਟਰ ਆ, ਖਾਦ ਜਿਹੜੀ ਉਹ ਫੇਰ ਵਧਾਉਣ ਡਏ ਆ, ਡੀਏਪੀ ਜਿਹੜੀ ਉਹ ਵੀ ਤੁਹਾਡੇ ਸਾਹਮਣੇ ਅਸਮਾਨ ਨਾਲ ਗੱਲ ਕਰਨ ਡਈ ਆ। ਤੇ ਪੈਸਟੀਸਾਈਡ ਵਾਲੇ ਵੀ ਆਪਦੀ ਮਰਜ਼ੀ ਦਾ ਰੇਟ ਲਾਉਂਦੇ ਆ। ਉਹ ਖੁਦਾਰਾ ਕੋਈ ਗਰੀਬਾਂ ਤੇ ਰਹਿਮ ਖਾਓ, ਕੋਈ ਜ਼ਿਮੀਂਦਾਰਾਂ ਤੇ ਰਹਿਮ ਖਾਓ। ਫਿਰ ਵੀ ਮਰੀਮ ਨਵਾਜ਼ ਸਾਹਿਬਾ ਕੋਈ ਦਾਦ ਰਸੀ ਕਰੋ ਉਹਨਾਂ ਜ਼ਿਮੀਂਦਾਰਾਂ ਦੇ ਨਾਲ। ਮਿਹਰਬਾਨੀ ਤੁਹਾਡੀ।